ਮਹੱਲਾ ਪੰਜਵਾਂ। ਪਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ। ਲੋ ਹੁਣ ਅੱਗੇ ਦੂਸਰੇ ਸ਼ਲੋਕ ਵਿੱਚ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਪਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ। ਮੇਰਾ ਪਹਿਲਾਂ ਲਾਂ ਹੈ, ਫਿਰ ਦੁਲਾਵਾਂ, ਮੇਰਾ ਘਰ ਆਵੋ। ਹਜ਼ੂਰ ਕਹਿੰਦੇ ਨੇ ਬਈ ਮੇਰੀ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਹੈ। ਉਹ ਅਰਦਾਸ ਕੀ ਹੈ? ਕੋਈ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਵਾਲਾ ਮਹਾਂਪੁਰਖ ਜੋ ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਪ੍ਰਾਹੁਣਾ ਸਮਝਦਾ ਹੈ। ਅਸੀਂ ਵੀ ਸੰਸਾਰ ਦੇ ਵਿੱਚ ਆਏ ਹਾਂ, ਪਰ ਅਸੀਂ ਤੇ ਇਸ ਸੰਸਾਰ ਨੂੰ ਆਪਣਾ ਘਰ ਸਮਝਿਆ ਹੋਇਆ ਹੈ। ਪਰ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਵਿੱਚ ਇਹ ਫਰਕ ਹੁੰਦਾ। ਉਹ ਇਸ ਸੰਸਾਰ ਨੂੰ ਘਰ ਨਹੀਂ ਸਮਝਦੇ। ਉਹ ਇਸ ਸੰਸਾਰ ਨੂੰ ਇੱਕ ਸਰਾਂ ਜਾਂ ਮੁਸਾਫਰਖਾਨਾ ਹੀ ਸਮਝਦੇ ਨੇ, ਕਿਉਂਕਿ ਮੁਸਾਫਰਖਾਨੇ ਦੇ ਵਿੱਚ ਪ੍ਰਾਹੁਣੇ ਆ ਕੇ ਟਿਕਦੇ ਨੇ, ਮੁਸਾਫਰ ਆ ਕੇ ਟਿਕਦੇ ਨੇ ਤੇ ਫਿਰ ਰਾਤ ਕੱਟ ਕੇ ਚਲੇ ਜਾਂਦੇ ਨੇ। ਇਹ ਸੰਸਾਰ ਵੀ ਇੱਕ ਸਰਾਂ ਹੈ, ਸੰਸਾਰ ਵੀ ਇੱਕ ਮੁਸਾਫਰਖਾਨਾ ਹੀ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਐਸੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ ਜਿਹੜੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਪ੍ਰਾਹੁਣਾ ਸਮਝਦੇ ਨੇ, ਭਲਕੇ ਉੱਠ ਪਰਾਹੁਣਾ, ਐਸਾ ਕੋਈ ਰੱਬੀ ਮਹਿਮਾਨ, ਕੋਈ ਪਰਮੇਸ਼ਰ ਦਾ ਪਿਆਰਾ ਨਾਮ ਜਪਣ ਵਾਲਾ ਮਹਾਂਪੁਰਖ ਅੰਮ੍ਰਿਤ ਵੇਲੇ ਉੱਠ ਕੇ ਮੇਰਾ ਘਰ ਆਵੋ, ਮੇਰੇ ਘਰ ਆ ਜਾਵੇ। ਤੇ ਮੈਨੂੰ ਇਸ ਗੱਲ ਦਾ ਬੜਾ ਚਾਅ ਹੈ ਵੀ ਅੰਮ੍ਰਿਤ ਵੇਲੇ ਕੋਈ ਰੱਬ ਦਾ ਪਿਆਰਾ ਮੇਰੇ ਘਰ ਆ ਜਾਵੇ, ਮੇਰੇ ਮੱਥੇ ਲੱਗੇ, ਮੈਨੂੰ ਦਰਸ਼ਨ ਦੇਵੇ ਤੇ ਮੇਰਾ ਜੀਵਨ ਸਫਲ ਹੋ ਸਕਦਾ ਹੈ। ਪਾਉ ਪਖਾਲਾ ਤਿਸ ਕੈ ਮਨ ਤਨ ਨਿਤ ਪਾਵੋ। ਲੋ ਹਜ਼ੂਰ ਕਹਿੰਦੇ ਨੇ ਐਸਾ ਮਹਾਂਪੁਰਖ ਰੱਬ ਦਾ ਪਿਆਰਾ ਜੋ ਰੱਬੀ ਮਹਿਮਾਨ ਹੈ ਮੇਰੇ ਘਰ ਆ ਜਾਵੇ। ਪਾਉ ਪਖਾਲਾ ਤਿਸ ਕੇ, ਪਾਉ ਦਾ ਅਰਥ ਹੈ ਪੈਰ, ਮੈਂ ਉਹਦੇ ਚਰਨਾਂ ਨੂੰ, ਪਖਾਲਾਂ ਦਾ ਅਰਥ ਹੁੰਦਾ ਧੋਣਾ, ਮੈਂ ਉਹਦੇ ਚਰਨਾਂ ਨੂੰ ਧੋਵਾਂ। ਇੰਨਾ ਚਾਅ ਹੈ, ਇੰਨਾ ਪਿਆਰ ਹੈ ਕਿ ਜੇ ਕੋਈ ਪਰਮੇਸ਼ਰ ਦਾ ਪਿਆਰਾ ਪ੍ਰਾਹੁਣਾ ਬਣ ਕੇ, ਸ਼ਾਹੀ ਮਹਿਮਾਨ ਬਣ ਕੇ ਮੇਰੇ ਘਰ ਆ ਜਾਵੇ, ਮੈਂ ਉਹਦੇ ਚਰਨਾਂ ਨੂੰ ਧੋਵਾਂ। ਮਨ ਤਾਂ ਨਿਤ ਭਾਵੋ, ਮੇਰੇ ਮਨ ਤੇ ਤਨ ਦੇ ਵਿੱਚ ਹਮੇਸ਼ਾ ਲਈ ਉਹ ਚੰਗਾ ਲੱਗੇ। ਨਾਮ ਸੁਣੈ ਨਾਮ ਸੰਗ੍ਰਹਿ ਨਾਮ ਲਿਵ ਲਾਵੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਪਰਮੇਸ਼ਰ ਦਾ ਪਿਆਰਾ ਹਮੇਸ਼ਾ ਵਾਹਿਗੁਰੂ ਦਾ ਨਾਮ ਹੀ ਸੁਣੇ ਤੇ ਨਾਮ ਸੰਗ੍ਰਹਿ ਹੈ, ਤੇ ਨਾਮ ਦੇ ਸਰਮਾਏ ਨੂੰ, ਨਾਮ ਦੇ ਧਨ ਨੂੰ ਹਮੇਸ਼ਾ ਲਈ ਇਕੱਤਰ ਵੀ ਕਰੇ, ਕਿਉਂਕਿ ਨਾਮ ਸਭ ਤੋਂ ਉੱਤਮ ਧਨ ਹੈ। ਹਰ ਨਾਮ ਤਨ ਨਿਰਮਲ ਅਤਿ ਅਪਾਰਾ, ਗੁਰ ਕਾ ਸ਼ਬਦ ਭਰੇ ਭੰਡਾਰਾ। ਨਾਮ ਧਨ ਬੈਨ ਹੋਰ ਸਭ ਬਿਖ ਜਾਣ, ਮਾਇਆ ਮੋਹਿ ਜਲੈ ਅਵਮਾਨ। ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ਰ ਦਾ ਪਿਆਰਾ ਨਾਮ ਹੀ ਸੁਣੇ ਤੇ ਨਾਮ ਨੂੰ ਹੀ ਆਪਣੇ ਅੰਦਰ ਸਿਮਰਨ ਰੂਪ ਦੇ ਵਿੱਚ ਸੰਗ੍ਰਹਿ ਜਮਾ ਕਰੇ। ਨਾਮੇ ਲਿਵ ਲਾਵੋ, ਤੇ ਨਾਮ ਦੇ ਵਿੱਚ ਹੀ ਲਿਵ ਲਾਈ ਰੱਖੇ। ਐਸਾ ਪ੍ਰਾਹੁਣਾ, ਐਸਾ ਮਹਾਂਪੁਰਖ ਮੇਰੇ ਘਰ ਚੱਲ ਕੇ ਆਵੇ। ਤੇ ਇਸ ਗੱਲ ਲਈ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ ਹਾਂ। ਗ੍ਰਹਿ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ। ਲੋ ਹਜ਼ੂਰ ਕਹਿੰਦੇ ਨੇ ਐਸਾ ਪਰਮੇਸ਼ਰ ਦਾ ਪਿਆਰਾ ਜੇ ਮੇਰੇ ਘਰ ਦੇ ਵਿੱਚ ਆ ਜਾਵੇ ਤੇ ਉਹਦੇ ਨਾਲ ਮਿਲ ਕੇ ਹਰ ਕੇ ਗੁਣ ਗਾਵੋ। ਅਸੀਂ ਵੀ ਵਾਹਿਗੁਰੂ ਦੇ ਗੁਣ ਗਾਈਏ, ਸਾਡੇ ਘਰ ਦੇ ਵਿੱਚ ਸਤ ਸੰਗਤ ਹੋਵੇ, ਗੁਰੂ ਦੇ ਚਰਨਾਂ ਦਾ ਨਿਵਾਸ ਹੋਵੇ, ਬਾਣੀ ਦਾ ਪ੍ਰਵਾਹ ਚੱਲੇ, ਜਿਸ ਦਾ ਸਦਕਾ ਗ੍ਰਹਿਓ ਤਨ ਸਭ ਪਵਿੱਤ ਹੋਏ। ਸਾਡਾ ਘਰ ਵੀ, ਸਾਡਾ ਤਨ ਵੀ ਜੋ ਸੇਵਾ ਵਿੱਚ ਲੱਗਿਆ ਹੈ, ਇਹ ਸਾਰਾ ਕੁਝ ਹੀ ਪਵਿੱਤਰ ਹੋ ਜਾਵੇ। ਹਰ ਨਾਮ ਵਪਾਰੀ ਨਾਨਕਾ ਵੱਡ ਭਾਗੀ ਪਾਵੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸਾ ਜਿਹੜਾ ਉਹ ਪਰਮੇਸ਼ਰ ਦਾ ਪਿਆਰਾ ਜਿਹੜਾ ਕੇਵਲ ਨਾਮ ਦਾ ਵਪਾਰੀ ਹੈ, ਕਿਉਂਕਿ ਦੁਨੀਆ ਵਿੱਚ ਵਪਾਰੀ ਬੜੀਆਂ ਕਿਸਮਾਂ ਦੇ ਨੇ। ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੁ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਜਿਹੜੇ ਨਾਮ ਦੇ ਵਪਾਰੀ ਨੇ,
ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ। ਜਿਹੜੇ ਸੱਚੇ ਨਾਮ ਦੇ ਵਪਾਰੀ ਨੇ ਉਹ ਵਿਰਲੇ ਹੀ ਨੇ। ਹਰ ਨਾਮ ਵਪਾਰੀ ਨਾਨਕਾ, ਹਜ਼ੂਰ ਕਹਿੰਦੇ ਨੇ ਐਸਾ ਵਾਹਿਗੁਰੂ ਦੇ ਨਾਮ ਦਾ ਵਪਾਰੀ ਵਡਭਾਗੀ ਪਾਵੋ। ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਜਿਸ ਮਨੁੱਖ ਦੇ ਵੱਡੇ ਭਾਗ ਜਾਗਦੇ ਨੇ ਉਹਨੂੰ ਨਾਮ ਦਾ ਵਪਾਰੀ ਮਹਾਂਪੁਰਖ ਮਿਲ ਜਾਂਦਾ ਹੈ, ਜਿਹੜਾ ਕੇਵਲ ਨਾਮ ਦੀ ਗੱਲ ਕਰਦਾ ਹੈ। ਨਾਮ ਸੁਣੇ ਨਾਮ ਸੰਗ੍ਰਹਿ, ਨਾਮੇ ਲਿਵ ਲਾਵੋ। ਐਸੇ ਮਹਾਂਪੁਰਖਾਂ ਦਾ ਮਿਲਾਪ ਵੱਡਿਆਂ ਭਾਗਾਂ ਦੇ ਨਾਲ ਹੁੰਦਾ ਹੈ। ਇਸੇ ਲਈ ਹਜ਼ੂਰ ਦੇ ਬਚਨ ਹੈ, ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਤੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਇਸ ਲਈ ਗੁਰਮੁਖੋ ਐਸੇ ਨਾਮ ਦੇ ਵਪਾਰੀ ਮਹਾਂਪੁਰਖ ਦੇ ਦਰਸ਼ਨ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦੇ ਹਨ। ਪੌੜੀ ਜੋ ਤੁਧ ਪਾਵੈ ਸੋ ਭਲਾ, ਸਚ ਤੇਰਾ ਪਾਣਾ। ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਉਹਦੀ ਰਜ਼ਾ ਦਾ ਜ਼ਿਕਰ ਕਰਦੇ ਹਨ। ਜੋ ਤੁਧ ਪਾਵੈ ਸੋ ਭਲਾ, ਹੇ ਵਾਹਿਗੁਰੂ ਜੀ ਜੋ ਤੁਹਾਨੂੰ ਪਾਉਂਦਾ ਹੈ ਸੋ ਭਲਾ ਸਾਨੂੰ ਉਹੀ ਚੰਗਾ ਲੱਗਦਾ ਹੈ। ਸੱਚ ਤੇਰਾ ਪਾਣਾ, ਕਿਉਂਕਿ ਤੇਰਾ ਪਾਣਾ ਸੱਚਾ ਹੈ, ਤੇਰਾ ਪਾਣਾ ਅਟਲ ਹੈ। ਜੋ ਤੈਨੂੰ ਪਾਉਂਦਾ ਸਾਨੂੰ ਉਹੀ ਚੰਗਾ ਲੱਗਦਾ। ਇਹ ਗੁਰਮੁਖ ਦੀ ਅਵਸਥਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਕਰਦਾ ਵਾਹਿਗੁਰੂ ਭਲਾ ਕਰਦਾ। ਜਿਵੇਂ ਕੋਈ ਸਾਡਾ ਜਿਗਰੀ ਯਾਰ ਹੋਵੇ, ਉਹਦੇ ਨਾਲ ਸਾਡਾ ਬਹੁਤਾ ਪਿਆਰ ਹੁੰਦਾ, ਉਹ ਸਾਨੂੰ ਜਦੋਂ ਵੀ ਕੋਈ ਸਲਾਹ ਦਿੰਦਾ ਹੈ ਉਹ ਚੰਗੀ ਸਲਾਹ ਦਿੰਦਾ ਤੇ ਅਸੀਂ ਉਹਦੇ ਉੱਤੇ ਬੜਾ ਫਖਰ ਕਰਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਵੀ ਸਾਡਾ ਜਿਗਰੀ ਯਾਰ ਹੈ, ਉਹ ਵੀ ਸਾਡਾ ਸੁਹਿਰਦ ਸੱਜਣ ਹੈ। ਸੱਜਣ ਸੱਚਾ ਪਾਤਸ਼ਾਹੋ, ਸਿਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵਿਸਾਹੋ। ਜਿਵੇਂ ਜਿਗਰੀ ਯਾਰ ਕਦੇ ਸਾਨੂੰ ਧੋਖਾ ਨਹੀਂ ਦਿੰਦਾ, ਕਦੇ ਵਿਸ਼ਵਾਸਘਾਤ ਨਹੀਂ ਕਰਦਾ, ਇਸੇ ਤਰ੍ਹਾਂ ਵਾਹਿਗੁਰੂ ਸਾਡਾ ਪੱਕਾ ਮਿੱਤਰ ਹੈ। ਉਹਦੇ ਉੱਤੇ ਸਾਨੂੰ ਭਰੋਸਾ ਹੋਣਾ ਚਾਹੀਦਾ ਵੀ ਜੋ ਕਰਦਾ ਸਾਡੇ ਭਲੇ ਦੀ ਗੱਲ ਕਰਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸੇ ਲਈ ਗੁਰਮੁਖ ਨੂੰ ਵਾਹਿਗੁਰੂ ਦਾ ਪਾਣਾ ਚੰਗਾ ਲੱਗਦਾ ਹੈ, ਉਹ ਉਸ ਦੇ ਪਾਣੇ ਵਿੱਚ ਖੁਸ਼ ਰਹਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੋ ਤੈਨੂੰ ਪਾਉਂਦਾ ਸਾਨੂੰ ਉਹੀ ਭਲਾ ਜਾਪਦਾ, ਕਿਉਂਕਿ ਤੇਰਾ ਪਾਣਾ ਸੱਚਾ, ਤੇਰਾ ਪਾਣਾ ਅਟਲ ਹੈ। ਤੂੰ ਸਭ ਮਹਿ ਏਕ ਵਰਤਦਾ, ਸਭ ਮਾਹਿ ਸਮਾਣਾ। ਹੇ ਵਾਹਿਗੁਰੂ ਤੂੰ ਸਾਰਿਆਂ ਦੇ ਵਿੱਚ ਹੀ ਇੱਕ ਵਰਤ ਰਿਹਾ ਹੈ। ਜਿਵੇਂ ਕਿਸੇ ਮਾਲਾ ਦੇ ਮਣਕਿਆਂ ਦੇ ਵਿੱਚ ਇੱਕ ਸੂਤ ਪਰੋਇਆ ਹੁੰਦਾ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਸਮਾਰਿਆ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਤੂੰ ਸਭ ਮੈਂ ਏਕ ਵਰਤਦਾ ਹੈ ਵਾਹਿਗੁਰੂ, ਤੂੰ ਸਾਰਿਆਂ ਦੇ ਵਿੱਚ ਇੱਕ ਵਰਤਦਾ ਹੈ। ਸਭ ਮਾਹੇ ਸਮਾਣਾ, ਤੇ ਸਾਰਿਆਂ ਦੇ ਵਿੱਚ ਹੀ ਤੂੰ ਸਮਾਇਆ ਹੋਇਆ, ਲੀਨ ਹੋਇਆ ਹੋਇਆ। ਭਾਵ ਇੰਨਾ ਓਤ ਪੋਤ ਹੋ ਕੇ ਮਿਲਿਆ ਹੋਇਆ, ਜਿਵੇਂ ਪਾਣੀ ਵਿੱਚ ਪਾਣੀ, ਹਵਾ ਵਿੱਚ ਹਵਾ ਰਲ ਜਾਂਦੀ ਹੈ, ਇਸੇ ਤਰ੍ਹਾਂ ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਥਾਨ ਥਨੰਤਰ ਰਵ ਰਹਿਆ, ਜੀ ਅੰਦਰ ਜਾਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੂੰ ਸਾਰੇ ਅਸਥਾਨਾਂ ਦੇ ਬਾਹਰ ਵੀ ਤੇ ਥਨੰਤਰ ਉਹਨਾਂ ਥਾਵਾਂ ਦੇ ਅੰਦਰਲੇ ਭਾਗ ਦੇ ਵਿੱਚ ਵੀ ਤੂੰ ਵਸ ਰਿਹਾ ਹੈ। ਕਿਉਂਕਿ ਇੱਕ ਅਸਥਾਨ ਦਾ ਬਾਹਰਲਾ ਹਿੱਸਾ ਹੁੰਦਾ, ਇੱਕ ਅੰਦਰਲਾ ਹਿੱਸਾ ਹੁੰਦਾ। ਸਾਡੇ ਸਰੀਰ ਦਾ ਵੀ ਇੱਕ ਅੰਦਰਲਾ ਹਿੱਸਾ, ਇੱਕ ਬਾਹਰਲਾ ਹਿੱਸਾ ਹੈ। ਸੰਸਾਰ ਦਾ ਵੀ ਇੱਕ ਅੰਦਰਲਾ ਹਿੱਸਾ, ਇੱਕ ਬਾਹਰਲਾ ਹਿੱਸਾ ਹੈ। ਹਜ਼ੂਰ ਕਹਿੰਦੇ ਨੇ, ਥਾਨ ਥਨੰਤਰ ਰਵ ਰਿਹਾ, ਸਭ ਅਸਥਾਨਾਂ ਦੇ ਅੰਦਰ ਬਾਹਰ ਸਭ ਥਾਵਾਂ ਤੇ ਤੂੰ ਪਰਿਪੂਰਨ ਹੋ ਰਿਹਾ ਹੈ। ਜੀ ਅੰਦਰ ਜਾਣਾ, ਜਿਤਨੇ ਜੀਵ ਨੇ ਇਹਨਾਂ ਦੇ ਅੰਦਰ ਵੀ ਅਸੀਂ ਤੈਨੂੰ ਜਾਣੇ। ਉਹ ਵਾਹਿਗੁਰੂ ਸਾਡੀ ਜਿੰਦ ਜਾਨ ਦੇ ਵਿੱਚ ਵਸ ਰਿਹਾ ਹੈ। ਸਾਡੀ ਆਤਮਾ ਤੇ ਸਾਡੀ
ਅੰਦਰਲੀ ਜ਼ਮੀਰ ਦੇ ਵਿੱਚ ਵਸ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਜਿੱਥੇ ਸਭ ਅਸਥਾਨਾਂ ਦੇ ਅੰਦਰ ਬਾਹਰ ਤੂੰ ਵਸ ਰਿਹਾ ਹੈ ਤੇ ਸਾਰੇ ਜੀਵਾਂ ਦੇ ਦਿਲਾਂ ਅੰਦਰ ਵੀ ਅਸੀਂ ਤੈਨੂੰ ਹੀ ਜਾਣਿਆ ਹੈ। ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਈ ਲੋਕ ਸਵਾਲ ਕਰਦੇ ਨੇ, ਦੱਸੋ ਰੱਬ ਕਿਵੇਂ ਮਿਲਦਾ ਹੈ? ਲਓ ਧਿਆਨ ਦੇ ਨਾਲ ਸੁਣ ਲਓ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ। ਗੁਰਮੁਖੋ, ਸਾਧ ਸੰਗਤ ਨਾਲ ਮਿਲ ਕੇ ਤੇ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨ ਕੇ ਉਹਨੂੰ ਪ੍ਰਾਪਤ ਕਰ ਲਈਦਾ। ਸਾਧ ਸੰਗ ਤੋਂ ਮੁਰਾਦ ਹੈ ਮਹਾਂਪੁਰਖਾਂ ਦੀ ਸੰਗਤ। ਮਹਾਂਪੁਰਖ ਉਹੀ ਨੇ ਜਿਨ੍ਹਾਂ ਦੇ ਬਾਰੇ ਪਿੱਛੇ ਸੁਣ ਚੁੱਕੇ ਹੋ। ਹਰ ਭੇਟਿਆ ਪੁਰਖ ਸੁਜਾਨ, ਜਿਨ੍ਹਾਂ ਨੂੰ ਰੱਬ ਮਿਲ ਗਿਆ। ਜਿਹੜੇ ਐਸੇ ਮਹਾਂਪੁਰਖ ਨੇ ਉਹ ਰੱਬ ਦੀਆਂ ਸੁਹਾਗਣਾਂ ਨੇ। ਜਿਹੜਾ ਆਪ ਪਰਮੇਸ਼ਰ ਨਾਲ ਜੁੜਿਆ ਹੋਵੇ ਦੂਸਰਿਆਂ ਨੂੰ ਵੀ ਜੋੜ ਸਕਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਸਾਧ ਸੰਗ ਮਿਲ ਪਾਈਏ। ਜਿਵੇਂ ਸੁਹਾਗਣਾਂ ਹੋਰ ਬੀਬੀਆਂ ਨੂੰ ਵੀ ਸਿੱਖਿਆ ਦੇ ਕੇ ਬਈ ਤੁਸੀਂ ਪਤੀ ਦੀ ਸੇਵਾ ਕਰਨੀ ਹੈ, ਉਹਦੀ ਆਗਿਆ ਮੰਨਣੀ ਹੈ, ਉਹਨੂੰ ਤੁਸੀਂ ਖੁਸ਼ ਰੱਖਣਾ ਹੈ, ਇਉਂ ਸਿੱਖਿਆ ਦੇ ਕੇ ਦੂਜੀਆਂ ਨੂੰ ਵੀ ਸੁਹਾਗਣਾ ਬਣਾਉਂਦੀਆਂ ਨੇ। ਇਸੇ ਤਰ੍ਹਾਂ ਸਾਧ ਸੰਗ ਮਿਲ ਪਾਈਏ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਤੇ ਵਾਹਿਗੁਰੂ ਦਾ ਭਾਣਾ ਮੰਨ ਕੇ ਫਿਰ ਉਹਨੂੰ ਪ੍ਰਾਪਤ ਕਰ ਲਈਦਾ ਹੈ। ਨਾਨਕ ਪ੍ਰਭ ਸਰਨਾਗਤੀ ਸਦ ਸਦ ਕੁਰਬਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ ਤੇ ਸਦ ਸਦ ਕੁਰਬਾਨਾ, ਤੇ ਸਦਾ ਸਦਾ ਹਮੇਸ਼ਾ ਹਮੇਸ਼ਾ ਰੋਜ਼ ਬਾ ਰੋਜ਼ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਾਂ। ਸ਼ਲੋਕ ਮਹਲਾ ਪੰਜਵਾਂ। ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋਤਣੀ। ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸ਼ਲੋਕ ਵਿੱਚ ਸਾਨੂੰ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿਓ ਜਿਸ ਦਾ ਸਦਕਾ ਸਾਡਾ ਜੀਵਨ ਸਫਲ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਸ਼ਲੋਕ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਚੇਤਾਈ ਤਾਂ ਚੇਤ, ਚੇਤ ਤੇ ਵਿਸਰਾਮ ਹੈ। ਚੇਤਾਈ ਤਾਂ ਚੇਤ। ਹਜ਼ੂਰ ਕਹਿੰਦੇ ਨੇ, ਐ ਮਨੁੱਖ ਚੇਤਾਈ, ਤੈਨੂੰ ਚੇਤਾ ਹੈ। ਉਧਰ ਮਾਝੇ ਦੇ ਇਲਾਕੇ ਵਿੱਚ ਈ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਹ ਭਾਉ ਚੇਤਾਈ, ਇਸ ਤਰ੍ਹਾਂ ਉਹ ਬੋਲਦੇ ਨੇ। ਇੱਥੇ ਸਤਿਗੁਰੂ ਮਹਾਰਾਜ ਨੇ ਵੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰੀਆਂ ਬੋਲੀਆਂ ਦਾ ਵੀ ਭੰਡਾਰ ਹੈ, ਪਤਾ ਨਹੀਂ ਇਹਦੇ ਵਿੱਚ ਕਿੰਨੀ ਕਿਸਮ ਦੀਆਂ ਭਾਸ਼ਾ ਤੇ ਬੋਲੀਆਂ ਦੇ ਸ਼ਬਦ ਗੁਰੂ ਮਹਾਰਾਜ ਨੇ ਅੰਕਿਤ ਕੀਤੇ ਨੇ। ਫਾਰਸੀ ਵੀ ਹੈ, ਉਰਦੂ ਵੀ ਹੈ, ਬ੍ਰਿਜ ਭਾਸ਼ਾ ਵੀ ਹੈ, ਹਿੰਦੀ ਵੀ ਹੈ, ਸੰਸਕ੍ਰਿਤ ਵੀ ਹੈ, ਦੇਵਨਾਗਰੀ ਵੀ ਹੈ, ਮਰਾਠੀ ਵੀ ਹੈ, ਅਸਾਮੀ ਵੀ ਹੈ। ਗੱਲ ਕੀ ਏਸ਼ੀਆ ਦੀਆਂ ਸਾਰੀਆਂ ਬੋਲੀਆਂ ਦੇ ਸ਼ਬਦ ਗੁਰਬਾਣੀ ਵਿੱਚ ਨੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਨੂੰ ਸਮਝਾਉਂਦੇ ਨੇ, ਚੇਤਾਈ ਤਾਂ ਚੇਤ। ਐ ਮਨੁੱਖ, ਜੇ ਤੈਨੂੰ ਚੇਤਾ ਹੈ ਤਾਂ ਉਸ ਨੂੰ ਚੇਤੇ ਕਰ। ਇਹ ਯਾਦ ਹੈ ਤਾਂ ਉਸ ਨੂੰ ਫਿਰ ਦੁਬਾਰਾ ਮੁੜ ਕੇ ਚੇਤੇ ਕਰ। ਇਹਦਾ ਮਤਲਬ ਇਹ ਹੈ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ, ਤੇ ਉਸ ਵੇਲੇ ਇਹ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਮਹਾਂਪੁਰਖ ਇੱਥੋਂ ਤੱਕ ਵੀ ਦੱਸਦੇ ਨੇ ਵੀ ਇਹਨੂੰ ਪਿਛਲੇ 100 ਜਨਮਾਂ ਤੱਕ ਦਾ ਵੀ ਗਿਆਨ ਹੁੰਦਾ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ। ਪਰ ਜਦੋਂ ਬਾਹਰ ਆ ਜਾਂਦਾ ਫਿਰ ਕੀ ਹੁੰਦਾ ਹੈ? ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲੈ। ਜਦੋਂ ਮਾਤਾ ਦੇ ਗਰਭ ਤੋਂ ਬਾਹਰ ਆਉਣ ਦੀ ਦੇਰ ਹੈ ਤੇ ਫਿਰ ਇਹਦੇ ਉੱਤੇ ਮਾਇਆ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਕਿਵੇਂ ਕਿਵੇਂ ਪ੍ਰਭਾਵ ਪੈਂਦਾ ਹੈ, ਹਜ਼ੂਰ ਨੇ ਉਹਦਾ ਵੀ ਮਾਝ ਰਾਗ ਦੇ ਇੱਕ ਸ਼ਲੋਕ ਵਿੱਚ ਜ਼ਿਕਰ ਕੀਤਾ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰੋ ਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛੈ ਜਾਤ,
ਸਤਵੇਂ ਸੰਜ ਕੀਆ ਕਰਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੈ ਤੌਲੇ ਉਭੇ ਸਾਹ, ਦਸਵੇਂ ਦੱਦਾ ਹੋਆ ਸਾਹ। ਇਹ 10 ਸਟੇਜਾਂ ਦਾ ਸਤਿਗੁਰੂ ਨੇ ਵਰਣਨ ਕੀਤਾ। ਜਿਵੇਂ ਜਿਵੇਂ ਮਾਇਆ ਦਾ, ਸੰਸਾਰ ਦਾ ਪ੍ਰਭਾਵ ਸਾਡੀ ਜ਼ਿੰਦਗੀ ਤੇ ਪੈਂਦਾ ਹੈ, ਮਹਾਂਪੁਰਖ ਇਹ ਵੀ ਦੱਸਦੇ ਸਨ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕ ਰਿਹਾ ਹੁੰਦਾ ਹੈ ਨਾ, ਉਸ ਵੇਲੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਵੀ ਕਰਦਾ ਹੈ, ਹੇ ਵਾਹਿਗੁਰੂ, ਤੂੰ ਮੈਨੂੰ ਇਸ ਘੋਰ ਨਰਕ ਦੇ ਵਿੱਚੋਂ ਬਾਹਰ ਕੱਢ, ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰਾਂਗਾ, ਮੈਂ ਦਸਵੰਧ ਵੀ ਦੇਵਾਂਗਾ, ਮੈਂ ਕਦੇ ਕੋਈ ਮਾੜਾ ਕੰਮ ਵੀ ਨਹੀਂ ਕਰਾਂਗਾ। ਪਰ ਜਦੋਂ ਜਨਮ ਲੈ ਲੈਂਦਾ ਹੈ, ਹੋਸ਼ ਸੰਭਾਲਦਾ ਹੈ, ਤੇ ਫਿਰ ਸਭ ਕੁਝ ਹੀ ਭੁੱਲ ਜਾਂਦਾ। ਹੁਣ ਸਤਿਗੁਰੂ ਉਸ ਇਕਰਾਰ ਵੱਲ ਇਹਦਾ ਧਿਆਨ ਦਿਵਾਉਂਦੇ ਨੇ। ਚੇਤਾ ਹੀ ਤਾਂ ਚੇਤ, ਐ ਬੰਦਿਆ, ਤੈਨੂੰ ਆਪਣੇ ਕੀਤੇ ਕੌਲ ਇਕਰਾਰ ਦਾ ਚੇਤਾ ਹੈ, ਜੋ ਮਾਤਾ ਦੇ ਗਰਭ ਦੇ ਵਿੱਚ ਪਰਮੇਸ਼ਰ ਨਾਲ ਕਰਕੇ ਆਇਆ। ਜੇ ਤੈਨੂੰ ਚੇਤਾ ਹੈ ਤਾਂ ਉਸ ਨੂੰ ਚੇਤੇ ਕਰ। ਕਿਹੜੀ ਗੱਲ? ਸਾਹਿਬ ਸੱਚਾ ਸੋ ਧਨੀ, ਉਹ ਅਕਾਲ ਪੁਰਖ ਵਾਹਿਗੁਰੂ, ਦੀਨ ਦੁਨੀਆ ਦਾ ਸਾਹਿਬ, ਲੋਕ ਤੇ ਪਰਲੋਕ ਦਾ ਪਾਤਸ਼ਾਹ, ਸੱਚਾ ਮਾਲਕ ਹੈ। ਤੂੰ ਆਖਦਾ ਸੀ ਕਿ ਮੈਂ ਉਸ ਨੂੰ ਸਵਾਸ ਸਵਾਸ ਚੇਤੇ ਕਰਾਂਗਾ। ਤੂੰ ਵਾਹਿਗੁਰੂ ਦੇ ਨਾਲ ਕੌਲ ਕਰਾਰ ਵੀ ਕੀਤਾ, ਤੂੰ ਉਹਨੂੰ ਚੇਤੇ ਕਰ। ਜੇ ਚੇਤਾ ਹੈ ਤਾਂ ਫਿਰ ਉਸ ਮਾਲਕ ਨੂੰ ਜ਼ਰੂਰ ਚੇਤੇ ਕਰ। ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਤਾਂ ਉਸ ਵਾਹਿਗੁਰੂ ਦੇ ਮਹਾਨ ਪਰਉਪਕਾਰਾਂ ਦਾ ਅਹਿਸਾਨ ਖਤਮ ਹੋ ਜਾਵੇਗਾ, ਕਿਉਂਕਿ ਉਸ ਵਾਹਿਗੁਰੂ ਨੇ ਹਰ ਮਨੁੱਖ ਤੇ ਕਿੰਨੇ ਵੱਡੇ ਵੱਡੇ ਪਰਉਪਕਾਰ ਕੀਤੇ ਨੇ। ਇੱਕ ਗੱਲ ਨੂੰ ਲੈ ਲਓ, ਸਾਡਾ ਇਹ ਸਰੀਰ ਹੈ, ਇਹਦਾ ਇੱਕ ਇੱਕ ਅੰਗ ਕਿੰਨਾ ਅਮੋਲਕ ਹੈ। ਕਿਸੇ ਦਾ ਹੱਥ ਕੱਟਿਆ ਜਾਵੇ ਪਤਾ ਉਦੋਂ ਲੱਗਦਾ, ਕਿਸੇ ਦਾ ਪੈਰ ਕੱਟਿਆ ਜਾਵੇ ਉਹਦੀ ਕੀਮਤ ਦਾ ਉਦੋਂ ਪਤਾ ਲੱਗਦਾ। ਅੱਖ ਚਲੀ ਜਾਵੇ, ਕੋਈ ਅੰਗ, ਕੋਈ ਇੰਦਰੀਆ ਭੰਗ ਹੋ ਜਾਵੇ, ਉਹਦੀ ਕੀਮਤ ਦਾ ਪਿੱਛੋਂ ਪਤਾ ਲੱਗਦਾ। ਹੁਣ ਤੇ ਅਸੀਂ ਕਹਿੰਦੇ ਸਾਨੂੰ ਰੱਬ ਨੇ ਦਿੱਤਾ ਕੀ ਹੈ, ਪਰ ਪਰਮੇਸ਼ਰ ਨੇ ਸਭ ਕੁਝ ਦਿੱਤਾ, ਹੋਰ ਸਾਡਾ ਆਪਣਾ ਕੀ? ਅਸੀਂ ਕੀ ਲੈ ਕੇ ਆਏ ਹਾਂ? ਕੁਝ ਵੀ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਉਸ ਵਾਹਿਗੁਰੂ ਨੇ ਸਾਡੇ ਤੇ ਇੰਨੇ ਪਰਉਪਕਾਰ ਕੀਤੇ ਨੇ, ਜੇ ਅਸੀਂ ਉਹਦਾ ਕੋਈ ਇਵਜ਼ਾਨਾ ਨਹੀਂ ਦੇ ਸਕਦੇ, ਕਮ ਸੇ ਕਮ ਸ਼ੁਕਰਾਨਾ ਤੇ ਕਰਨਾ ਚਾਹੀਦਾ ਹੈ। ਜੇ ਉਸ ਦਾ ਮੁੱਲ ਨਹੀਂ ਦੇ ਸਕਦੇ, ਉਹਦਾ ਸਿਮਰਨ ਤਾਂ ਕਰ ਲੈਣਾ ਚਾਹੀਦਾ। ਕੋਈ ਅੰਮ੍ਰਿਤ ਵੇਲੇ ਉੱਠ ਕੇ ਕੋਈ ਚਲੋ 15 ਮਿੰਟ, ਅੱਧਾ ਘੰਟਾ, 1 ਘੰਟਾ ਕੋਈ ਰੱਬ ਦਾ ਨਾਂ ਲੈ ਲਓ, ਬਾਣੀ ਪੜ੍ਹ ਲਓ। ਸਤਿਗੁਰੂ ਕਹਿੰਦੇ ਨੇ ਚੇਤਾ ਹੀ ਤਾਂ ਚੇਤ, ਤੂੰ ਜਿਹੜਾ ਪਿੱਛੇ ਕੌਲ ਇਕਰਾਰ ਕਰਕੇ ਆਇਆ, ਜੇ ਤੈਨੂੰ ਯਾਦ ਹੈ ਤੇ ਫਿਰ ਉਹ ਸੱਚੇ ਮਾਲਕ ਨੂੰ ਯਾਦ ਕਰਿਆ ਕਰ। ਨਾਨਕ ਸਤਿਗੁਰ ਸੇਵ, ਚੜ ਬੋਹਿਤ ਪਾਉ ਜਲ ਪਾਰ ਪਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਤਿਗੁਰ ਸੇਵ। ਬਈ ਇਹਦੇ ਨਾਲ ਦੀ ਨਾਲ ਇਹ ਵੀ ਗੱਲ ਚੇਤੇ ਰੱਖ, ਤੇਰੇ ਜੀਵਨ ਦਾ ਮਨੋਰਥ ਪਰਮੇਸ਼ਰ ਦੀ ਪ੍ਰਾਪਤੀ ਹੈ, ਉਹ ਹੱਲ ਤਾਂ ਹੋਣਾ ਜੇ ਗੁਰੂ ਦੀ ਕਿਰਪਾ ਹੋਵੇ। ਤੇ ਗੁਰੂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਨਾਨਕ ਸਤਿਗੁਰ ਸੇਵ, ਤੈਨੂੰ ਸਤਿਗੁਰੂ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਸੇਵਾ ਸਤਿਗੁਰੂ ਦੀ ਤੇ ਸਿਮਰਨ ਨਿਰੰਕਾਰ ਦਾ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਨਾਨਕ ਸਤਿਗੁਰ ਸੇਵ, ਹਜ਼ੂਰ ਕਹਿੰਦੇ ਭਾਈ ਸਤਿਗੁਰੂ ਦੀ ਸੇਵਾ ਵੀ ਕਰ, ਫਿਰ ਕੀ ਹੋਵੇਗਾ? ਚੜ ਬੋਹਿਤ, ਤੇ ਸਤਿਗੁਰੂ ਤੈਨੂੰ ਨਾਮ ਦਾ ਜਹਾਜ਼ ਬਖਸ਼ਿਸ਼ ਕਰਨਗੇ। ਉਹ ਜਹਾਜ਼ ਕਿਹੜਾ ਹੈ? ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ। ਨਾਮ ਜਹਾਜ਼ ਹੈ ਤੇ ਸਤਿਗੁਰੂ ਉਸ ਤੇ ਮਲਾਹ ਨੇ। ਜਦੋਂ ਤੂੰ ਸਤਿਗੁਰੂ ਦੀ ਸੇਵਾ ਕਰੇਗਾ, ਸਤਿਗੁਰੂ ਨਾਮ ਦੇ ਜਹਾਜ਼ ਤੇ ਚੜਾ ਦੇਣਗੇ ਤੇ ਚੜ ਬੋਹਿਤ ਭੌਜਲ ਪਾਰ ਪਓ। ਫਿਰ ਤੂੰ ਨਾਮ ਦੇ ਜਹਾਜ਼ ਤੇ ਚੜ ਕੇ, ਭੌਜਲ ਦਾ ਅਰਥ ਹੈ ਵੀ ਜਿਹੜਾ ਭੈ ਦਾ ਇੱਕ ਸੰਸਾਰ ਸਮੁੰਦਰ ਹੈ, ਇਸ ਤੋਂ ਪਾਰ ਪੈ ਜਾਵੇਂਗਾ। ਮਹੱਲਾ ਪੰਜਵਾਂ। ਵਾਉ ਸੰਦੇ ਕੱਪੜੇ, ਪਹਿਰੇ ਗਰਭ ਗਵਾਰ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹੋਰ ਵੀ ਬੜੀ ਉੱਤਮ ਸਿੱਖਿਆ ਬਖਸ਼ਿਸ਼ ਕਰਦੇ ਹਨ। ਕਈ ਲੋਕ ਕਹਿੰਦੇ ਨੇ
ਵੀ ਜਿਹੜੀ ਗੁਰਬਾਣੀ ਹੈ ਇਹ ਅਧਿਆਤਮਕ ਗਿਆਨ ਦਾ ਖਜ਼ਾਨਾ ਹੈ। ਇਹਦੇ ਵਿੱਚ ਕੇਵਲ ਪਰਮਾਰਥ ਦੇ ਹੀ ਉਪਦੇਸ਼ ਦਿੱਤੇ ਗਏ ਨੇ। ਕੁਝ ਸਮਾਜ ਸੁਧਾਰ ਦੀਆਂ ਗੱਲਾਂ ਇਹਦੇ ਵਿੱਚ ਘੱਟ ਹੀ ਮਿਲਦੀਆਂ ਨੇ, ਪਰ ਨਹੀਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਇੱਕ ਸਮੁੰਦਰ ਹੈ। ਸਾਡੇ ਜੀਵਨ ਦੇ ਨਾਲ ਸੰਬੰਧਿਤ ਜਿੰਨੇ ਵੀ ਪੱਖ ਨੇ, ਜਿੰਨੇ ਵੀ ਪਹਿਲੂ ਨੇ, ਉਹਨਾਂ ਸਾਰਿਆਂ ਦੇ ਬਾਰੇ ਹੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਉਪਦੇਸ਼ ਦਿੱਤਾ ਹੈ। ਸਭ ਤੋਂ ਪਹਿਲਾਂ ਗੱਲ ਖਾਣ ਦੀ ਆਉਂਦੀ ਹੈ। ਖਾਣ ਦੇ ਬਾਰੇ ਗੁਰੂ ਮਹਾਰਾਜ ਨੇ ਬਾਣੀ ਵਿੱਚ ਕਿੰਨਾ ਸੁੰਦਰ ਲਿਖਿਆ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਗੁਰਸਿੱਖਾ ਸਾਦੀ ਖੁਰਾਕ ਖਾਣੀ ਹੈ, ਬਲਕਿ ਸਤਿਗੁਰੂ ਦਾ ਇਹ ਵੀ ਹੁਕਮ ਹੈ, ਅਲਪ ਆਹਾਰ ਸਵਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਥੋੜਾ ਖਾਓ ਤੇ ਥੋੜਾ ਸੌਵੋ। ਇਹ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਇਹ ਸਿੱਖਿਆ ਹੈ। ਅੰਨ ਪਾਣੀ ਥੋੜਾ ਖਾਇਆ। ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਵੀ ਸਿੱਖਿਆ ਦਿੱਤੀ ਹੈ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹ ਸਿਹਤ ਨੂੰ ਸਵਸਥ ਰੱਖਣ ਵਾਸਤੇ ਬਾਣੀ ਦੇ ਵਿੱਚ ਉਪਦੇਸ਼ ਨੇ। ਦੂਸਰੇ ਨੰਬਰ ਤੇ ਪਹਿਨਣ ਦੀ ਗੱਲ ਆ ਜਾਂਦੀ ਹੈ। ਪਹਿਨਣ ਦੇ ਬਾਰੇ ਵੀ ਸਤਿਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਬਈ ਸਾਨੂੰ ਪਹਿਨਣ ਵੇਲੇ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਜਦੋਂ ਅਸੀਂ ਸੰਗਤ ਵਿੱਚ ਆਉਣਾ ਹੈ, ਉਸ ਵੇਲੇ ਬਹੁਤਾ ਭੜਕੀਲਾ ਲਿਬਾਸ ਨਹੀਂ ਧਾਰਨ ਕਰਨਾ ਚਾਹੀਦਾ। ਇਹ ਸਤਿਗੁਰੂ ਦਾ ਹੁਕਮ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਪਹਿਨਣ ਦਾ ਵੀ ਸਾਡੇ ਮਨ ਤੇ ਅਸਰ ਹੁੰਦਾ, ਖਾਣ ਦਾ ਵੀ ਅਸਰ ਹੁੰਦਾ, ਪਹਿਨਣ ਦਾ ਵੀ ਅਸਰ ਹੁੰਦਾ। ਇੱਥੋਂ ਤੱਕ ਵੀ ਅਸੀਂ ਕਿਹੜੇ ਰੰਗ ਦੇ ਕੱਪੜੇ ਪਾਏ ਨੇ, ਇਹਦਾ ਵੀ ਅਸਰ ਸਾਡੇ ਤੇ ਦੂਸਰਿਆਂ ਦੇ ਮਨ ਤੇ ਪੈਂਦਾ। ਜਿਹੋ ਜਿਹਾ ਲਿਬਾਸ, ਉਹਦਾ ਸਾਡੇ ਮਨ ਤੇ ਅਸਰ ਜ਼ਰੂਰ ਪੈਂਦਾ ਹੈ। ਇਸੇ ਲਈ ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਭਗਤ ਰਵਿਦਾਸ ਜੀ ਦੇਖ ਲਓ, ਕਿੰਨੇ ਉੱਚ ਕੋਟੀ ਦੇ ਮਹਾਂਪੁਰਖ ਹੋਏ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਆਪਾਂ ਸਾਰੇ ਨਮਸਕਾਰ ਕਰਦੇ ਹਾਂ। ਭਗਤ ਰਵਿਦਾਸ ਜੀ ਦਾ ਕੋਈ ਪ੍ਰੇਮੀ ਸੱਜਣ ਆਇਆ, ਉਹ ਆ ਕੇ ਕਹਿਣ ਲੱਗਾ, ਭਗਤ ਜੀ ਮੇਰੇ ਪੁੱਤਰ ਦਾ ਵਿਆਹ ਹੈ ਤੇ ਮੈਂ ਤੁਹਾਨੂੰ ਬਰਾਤ ਵਿੱਚ ਸ਼ਾਮਲ ਕਰਨਾ ਚਾਹੁੰਦਾ ਹਾਂ। ਤੁਹਾਡੇ ਲਈ ਇੱਕ ਸਪੈਸ਼ਲ ਘੋੜੀ ਦਾ ਇੰਤਜ਼ਾਮ ਕੀਤਾ ਹੈ। ਇੱਕ ਤੁਹਾਡੇ ਲਈ ਬੜੀ ਸੁੰਦਰ ਰੇਸ਼ਮੀ ਬਹੁਤ ਬਰੀਕ ਕੱਪੜੇ ਦੀ ਪੁਸ਼ਾਕ ਵੀ ਤਿਆਰ ਕਰਵਾਈ ਹੈ ਤੇ ਤੁਸੀਂ ਉਹ ਪੁਸ਼ਾਕ ਪਹਿਨ ਕੇ ਘੋੜੀ ਤੇ ਸਵਾਰ ਹੋ ਕੇ ਤੇ ਤੁਸੀਂ ਮੇਰੇ ਪੁੱਤਰ ਦੀ ਬਰਾਤ ਵਿੱਚ ਸ਼ਾਮਲ ਹੋਵੋਗੇ। ਭਗਤ ਰਵਿਦਾਸ ਜੀ ਕਹਿਣ ਲੱਗੇ, ਨਹੀਂ, ਅਸੀਂ ਇਹ ਨਹੀਂ ਕਰ ਸਕਦੇ। ਉਹ ਕਹਿੰਦੇ, ਨਹੀਂ ਮਹਾਰਾਜ, ਜ਼ਰੂਰ ਕਿਰਪਾ ਕਰੋ। ਜਿਹੜੇ ਕੋਈ ਮਹਾਂਪੁਰਖਾਂ ਦੇ ਜ਼ਿਆਦਾ ਸ਼ਰਧਾਲੂ ਪ੍ਰੇਮੀ ਹੁੰਦੇ ਨੇ, ਉਹ ਕਈ ਵਾਰੀ ਮਜਬੂਰ ਵੀ ਕਰਦੇ ਨੇ। ਚਲੋ, ਭਗਤ ਰਵਿਦਾਸ ਜੀ ਦਾ ਮਨ ਬੜਾ ਹੀ ਕੋਮਲ ਸੀ, ਦਇਆਵਾਨ ਸੀ, ਦਿਆਲੂ ਕਿਰਪਾਲੂ ਸੀ। ਇੱਕ ਵਾਰ ਤਾਂ ਮੰਨ ਗਏ। ਕਹਿਣ ਲੱਗੇ, ਚੰਗਾ ਭਾਈ, ਜੇ ਤੁਸੀਂ ਬਹੁਤਾ ਹੀ ਮਜਬੂਰ ਕਰਦੇ ਹੋ, ਅਸੀਂ ਚਲੋ ਬਰਾਤ ਚੜ੍ਹਦੇ ਹਾਂ। ਭਗਤ ਜੀ ਨੂੰ ਰੇਸ਼ਮੀ ਪੁਸ਼ਾਕ ਲਿਆ ਕੇ ਜਦੋਂ ਦਿੱਤੀ, ਬੜੀ ਸੂਖਮ ਕੱਪੜੇ ਦੀ ਪੁਸ਼ਾਕ ਹੈ। ਪਹਿਲੀ ਵਾਰ ਉਹਨਾਂ ਕੀਮਤੀ ਪੁਸ਼ਾਕ ਪਹਿਨੀ ਹੈ। ਜਦੋਂ ਘੋੜੀ ਤੇ ਚੜ੍ਹੇ ਤੇ ਦੇਖਣ ਵਾਲੇ ਆਸ਼ਾਸ਼ ਕਰ ਉੱਠੇ। ਕਹਿਣ ਲੱਗੇ, ਕਮਾਲ ਦੀ ਗੱਲ ਹੈ ਭਗਤ ਜੀ, ਅੱਜ ਤੁਹਾਡੀ ਸ਼ਖਸੀਅਤ ਦਾ ਇੱਕ ਬਹੁਤ ਵਿਲੱਖਣ ਜਿਹਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਜਿਵੇਂ ਤੁਸੀਂ ਕੋਈ ਅਹਿਲਕਾਰ ਹੋਵੋ, ਜਿਵੇਂ ਕੋਈ ਉਮਰਾਓ ਹੋਵੋ, ਇਸ ਤਰ੍ਹਾਂ ਤੁਹਾਡਾ ਪ੍ਰਭਾਵ ਪੈ ਰਿਹਾ ਹੈ। ਤੇ ਜਦੋਂ ਭਗਤ ਜੀ ਨੇ ਗੱਲਾਂ ਸੁਣੀਆਂ, ਉਸੇ ਵੇਲੇ ਘੋੜੀ ਤੋਂ ਹੇਠਾਂ ਉਤਰੇ, ਪੁਸ਼ਾਕ ਲਾ ਕੇ ਸਾਦੇ ਕੱਪੜੇ ਪਹਿਨ ਲਏ। ਕਹਿਣ ਲੱਗੇ, ਜੇ ਤੁਸੀਂ ਮੈਨੂੰ ਬਰਾਤ ਵਿੱਚ ਲਿਜਾਣਾ ਹੈ ਤੇ ਮੈਂ ਸਾਦੇ ਕੱਪੜੇ ਪਾ ਕੇ ਹੀ ਜਾਵਾਂਗਾ, ਜ਼ਿਆਦਾ ਭੜਕੀਲੇ ਕੱਪੜੇ ਪਾ ਕੇ ਨਹੀਂ। ਕਿਉਂ? ਇਹਦੇ ਨਾਲ ਮਨ ਦੇ ਵਿੱਚ ਹੰਕਾਰ ਤੇ ਵਿਕਾਰ ਪੈਦਾ ਹੁੰਦੇ ਨੇ। ਕਿਉਂਕਿ ਪਹਿਨਣ ਦਾ ਵੀ ਅਸਰ ਸਾਡੇ ਮਨ ਤੇ ਜ਼ਰੂਰ ਪੈਂਦਾ ਹੈ। ਇਸੇ ਲਈ ਭਗਤ ਰਵਿਦਾਸ ਜੀ ਨੇ ਉਸ ਵੇਲੇ ਆਪਣੀ
ਜਿੰਦ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਵੀ ਦਿੱਤਾ ਸੀ ਜੋ ਗੁਰਬਾਣੀ ਵਿੱਚ ਅੰਕਿਤ ਹੈ। ਭਗਤ ਰਵਿਦਾਸ ਜੀ ਕਹਿਣ ਲੱਗੇ, ਤੂੰ ਕਾਏ ਗਰਬਹਿ ਬਾਵਲੀ, ਜੈਸੇ ਭਾਦੋ ਖੂਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਸਤਿਗੁਰੂ ਕਹਿੰਦੇ ਨੇ, ਐ ਜਿੰਦੇ ਤੂੰ ਕਿਸ ਗੱਲ ਦਾ ਮਾਣ ਕਰਦੀ ਹੈ? ਆ ਜਿਹੜੀ ਤੇਰੀ ਦੇਹ ਹੈ ਜਿਸ ਦਾ ਤੂੰ ਗੁਮਾਨ ਕਰਦੀ ਹੈ, ਔਰ ਇਹ ਤੇ ਜਿਵੇਂ ਭਾਦਰੋਂ ਦੇ ਮਹੀਨੇ ਖੁੰਬਾਂ ਦਾ ਰਾਜ ਹੁੰਦਾ, ਉਹ 4 ਦਿਨ ਵੀ ਘੱਟ ਹੀ, ਉਹ 1 ਜਾਂ 2 ਦਿਨ ਖੁੰਬਾਂ ਹੋ ਕੇ ਤੀਜੇ ਦਿਨ ਨੂੰ ਖਤਮ ਹੋ ਜਾਂਦੀਆਂ। ਤੇ ਇਸੇ ਤਰ੍ਹਾਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਤਨ ਜੋਬਨ ਅਰ ਫੁੱਲੜਾ, ਨਾਠੀੜੇ ਦਿਨ 4, ਪੱਬਣ ਕੇਰੇ ਪਤ ਜਿਉਂ, ਢਾਲ ਟੋਲ ਜੁਮਣ ਹਰ। ਇਹ ਸਾਡੀ ਜ਼ਿੰਦਗੀ ਵੀ 4 ਦਿਨ ਦੀ ਗਈ ਹੈ, ਇਸੇ ਲਈ ਇਹਨੂੰ ਸਫਲ ਢੰਗ ਦੇ ਨਾਲ ਬਤੀਤ ਕਰਨਾ ਚਾਹੀਦਾ। ਐਵੇਂ ਚਟਕੀਲੇ ਪਟਕੀਲੇ ਲਿਬਾਸ ਧਾਰਨ ਕਰਕੇ ਤੇ ਨਾਲੇ ਆਪਣੇ ਮਨ ਨੂੰ ਨਾਲ ਦੂਸਰਿਆਂ ਦੇ ਮਨ ਨੂੰ ਵਿਕਾਰੀ ਨਹੀਂ ਕਰਨਾ ਚਾਹੀਦਾ। ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ, ਪਹਿਨਣ ਦੇ ਬਾਰੇ ਕੀ ਸਾਨੂੰ ਉਪਦੇਸ਼ ਦੇ ਰਹੇ ਹਨ, ਉਹ ਆਪ ਸੰਗਤਾਂ ਸੁਣ ਰਹੇ ਹੋ। ਹਜ਼ੂਰ ਕਹਿੰਦੇ ਨੇ, ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਗਵਾਰ ਦਾ ਅਰਥ ਹੈ ਮੂਰਖ, ਬੇਸਮਝ, ਬੇਵਕੂਫ ਲੋਕ। ਉਹ ਕੀ ਕਰਦੇ ਨੇ? ਵਾਉ ਸੰਦੇ ਕੱਪੜੇ। ਵਾਉ ਦਾ ਅਰਥ ਹੁੰਦਾ ਹੈ ਹਵਾ ਵਰਗੇ, ਹਵਾ ਵਰਗੇ ਸੂਖਮ, ਭਾਵ ਜਿਨ੍ਹਾਂ ਦੇ ਵਿੱਚੋਂ ਸਰੀਰ ਦੇ ਅੰਗ ਵੀ ਦਿਸਦੇ ਹੋਣ। ਜਿਹੜੇ ਇਹੋ ਜਿਹੇ ਹਵਾ ਵਰਗੇ ਸੂਖਮ ਕੱਪੜੇ ਪਹਿਨਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਉਹ ਲੋਕ ਮੂਰਖ ਨੇ, ਬੇਵਕੂਫ ਨੇ, ਜਿਨ੍ਹਾਂ ਨੂੰ ਕੋਈ ਸ਼ਰਮ ਹਜਾ ਨਹੀਂ ਹੁੰਦੀ, ਉਹ ਇਹੋ ਜਿਹੇ ਕੱਪੜੇ ਪਾਉਂਦੇ ਨੇ। ਇਹ ਗੁਰਬਾਣੀ ਦੀ ਸਿੱਖਿਆ ਹੈ, ਇਹ ਕੋਈ ਕੋਲੋਂ ਗੱਲਾਂ ਤੇ ਨਹੀਂ ਆਖੀਆਂ ਜਾ ਰਹੀਆਂ। ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ। ਲਓ ਹਜ਼ੂਰ ਕਹਿੰਦੇ ਨੇ, ਜਿਹੜੇ ਹਵਾ ਦੇ ਸਮਾਨ ਬੜੇ ਸੂਖਮ ਕੱਪੜੇ, ਪਾਰਦਰਸ਼ੀ, ਜਿਨ੍ਹਾਂ ਵਿੱਚੋਂ ਸਰੀਰ ਦੇ ਅੰਗ ਵੀ ਨਜ਼ਰ ਆਉਣ, ਮੂਰਖ ਲੋਕ ਇਹੋ ਜਿਹੇ ਕੱਪੜੇ ਪਹਿਨ ਕੇ ਹੰਕਾਰ ਕਰਦੇ ਹਨ। ਨਾਨਕ ਨਾਲ ਨਾ ਚੱਲਣੀ, ਜਲ ਬਲ ਹੋਏ ਸ਼ਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਯਾਦ ਰੱਖੋ, ਨਾਨਕ ਨਾਲ ਨਾ ਚੱਲਣੀ। ਵੀ ਇਹ ਜਿਹੜੇ ਕੱਪੜੇ ਨੇ, ਚਾਹੇ ਕਿੰਨੇ ਕੀਮਤੀ ਪਾ ਲਓ, ਰੇਸ਼ਮੀ ਪਾ ਲਓ, ਬਰੀਕ ਪਾ ਲਓ, ਪਾਰਦਰਸ਼ੀ ਪਾ ਲਓ, ਪਰ ਇਹਨਾਂ ਨੇ ਨਾਲ ਤੇ ਜਾਣਾ ਨਹੀਂ। ਤੇ ਹੁੰਦਾ ਕੀ ਹੈ? ਜਲ ਬਲ ਹੋਏ ਸ਼ਾਰ। ਜਦੋਂ ਸਰੀਰ ਚੜ੍ਹਾਈ ਕਰ ਜਾਂਦਾ ਹੈ ਤੇ ਸਾਡੇ ਸਰੀਰ ਨੂੰ ਚਿਖਾ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ, ਤੇ ਸਣੇ ਸਰੀਰ ਦੇ ਸਾਰੇ ਕੱਪੜੇ ਵੀ ਸੜ ਬਲ ਕੇ ਸੁਆਹ ਹੋ ਜਾਂਦੇ ਨੇ। ਇਹੀ ਹੈ ਨਾ ਸਾਡਾ ਹਸ਼ਰ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਨੂੰ ਸਾਦੀ ਖੁਰਾਕ ਤੇ ਸਾਦੀ ਪੁਸ਼ਾਕ ਧਾਰਨ ਕਰਨੀ ਚਾਹੀਦੀ ਹੈ, ਤਾਂ ਕਿ ਆਪਣਾ ਮਨ ਵੀ ਸ਼ਾਂਤ ਰਵੇ ਤੇ ਦੂਜਿਆਂ ਦੇ ਮਨ ਤੇ ਵੀ ਮਾੜਾ ਪ੍ਰਭਾਵ ਨਾ ਪਵੇ। ਤੇ ਜਿਹੜੇ ਬਹੁਤੇ ਭੜਕੀਲੇ ਤੇ ਪਾਰਦਰਸ਼ੀ ਕੱਪੜੇ ਪਾਉਂਦੇ ਨੇ, ਸਤਿਗੁਰੂ ਕਹਿੰਦੇ ਉਹ ਮੂਰਖ ਲੋਕ ਨੇ, ਬੇਵਕੂਫ ਲੋਕ ਨੇ, ਔਰ ਇਸ ਲਈ ਗੁਰਸਿੱਖ ਨੂੰ ਐਸਾ ਨਹੀਂ ਕਰਨਾ ਚਾਹੀਦਾ। ਪੌੜੀ ਸੇ ਉਬਰੈ ਜਗ੍ਹਾ ਵਿੱਚ ਜੋ ਸੱਚਾ ਰੱਖੇ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਫਿਰ ਗੁਰਮੁਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਸੇ ਉਬਰੇ ਜਗ੍ਹਾ ਵਿੱਚ। ਹਜ਼ੂਰ ਕਹਿੰਦੇ ਨੇ, ਸੰਸਾਰ ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਸੰਸਾਰ ਕਿਸੇ ਗੁੱਜੀ ਅੱਗ ਵਿੱਚ ਸੜ ਰਿਹਾ ਹੈ। ਉਹ ਗੁੱਜੀ ਅੱਗ ਕੀ ਹੈ? ਹੰਕਾਰ ਦੀ ਹੈ, ਵਿਕਾਰਾਂ ਦੀ ਹੈ। ਸਹੀ ਉਬਰੇ ਜਗ੍ਹਾ ਵਿੱਚ। ਇਸ ਸੰਸਾਰ ਦੇ ਵਿੱਚ ਜਿਹੜੀ ਡੌਂ ਅਗਨੀ ਲੱਗੀ ਹੋਈ ਹੈ ਨਾ, ਕੋਈ ਹਰਿਆ ਬੂਟ ਰਹਿਓ ਰੀ, ਕੋਈ ਹਰਾ ਬੂਟਾ ਕੋਈ ਵਿਰਲਾ ਹੀ ਬਚਿਆ, ਨਹੀਂ ਤਾਂ ਸਾਰੇ ਇਹ ਡੌਂ ਅਗਨੀ ਨੇ ਸਾੜ ਦਿੱਤੇ ਨੇ। ਉਹੀ ਸੰਸਾਰ ਦੇ ਵਿੱਚ ਬਚੇ ਨੇ ਜੋ ਸੱਚਾ ਰੱਖੇ, ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਰੱਖੇ ਨੇ। ਭਾਵ ਉਹ ਗੁਰਮੁਖ ਸੰਸਾਰ ਦੇ ਵਿੱਚ ਈਰਖਾ, ਹੰਕਾਰ, ਪਾਪਾਂ ਤੇ ਵਿਕਾਰਾਂ ਦੀ ਅੱਗ ਤੋਂ ਬਚੇ ਨੇ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਰੱਖਿਆ ਹੈ। ਮਹ ਡਿਠੈ ਤਿਨ ਕੈ ਜੀਵਿਐ, ਹਰਿ ਅੰਮ੍ਰਿਤ ਚਖੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸੇ ਮਹਾਂਪੁਰਖਾਂ ਦੇ ਮੋਹੇ ਡਿਠੈ, ਉਹਨਾਂ ਦੇ ਮੂੰਹ ਦੇ, ਉਹਨਾਂ ਦੇ ਚਿਹਰੇ ਦੇ ਦੀਦਾਰ ਕਰਕੇ ਅਸੀਂ ਤੇ ਜੀ ਰਹੇ ਹਾਂ।
ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰ ਕਰਕੇ ਅਸੀਂ ਤੇ ਜੀ ਰਹੇ ਹਾਂ। ਹਰੇ ਅੰਮ੍ਰਿਤ ਚੱਖੇ ਤੇ ਹਮੇਸ਼ਾ ਲਈ ਉਹ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਚੱਖਦੇ ਨੇ। ਗੁਰਮੁਖਾਂ ਦੀ ਰਸਨਾ ਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਹੁੰਦਾ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਇਹ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਪਖੇ। ਲੋ ਹਜ਼ੂਰ ਕਹਿੰਦੇ ਨੇ ਉਹ ਮਹਾਂਪੁਰਖ ਜਿਹੜੇ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਡੋਂ ਅਗਨੀ ਤੋਂ ਬਚੇ ਹੋਏ ਨੇ, ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਚੱਖਦੇ ਨੇ। ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਕਾਮ ਕ੍ਰੋਧ ਲੋਭ ਤੇ ਮੋਹ ਤੇ ਗਰਵ ਪਿੱਛੇ ਹੰਕਾਰ ਦਾ ਜ਼ਿਕਰ ਆ ਚੁੱਕਿਆ ਹੈ। ਇਹ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਪੱਖੇ, ਇਹਨਾਂ ਨੂੰ ਭਖ ਲਈਦਾ। ਭਖਣਾ ਹੁੰਦਾ ਖਾਣ ਦਾ। ਵੀ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਵਿਕਾਰ ਨੇ, ਤੇ ਇਹਨਾਂ ਨੂੰ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਹੀ ਪੱਖੇ ਦਾ ਅਰਥ ਖਾਧਾ ਜਾਂਦਾ ਹੈ। ਭਾਵ ਇਹਨਾਂ ਨੂੰ ਖਤਮ ਕੀਤਾ ਜਾਂਦਾ ਹੈ। ਜਿਹੜੇ ਮਹਾਂਪੁਰਖ ਆਪ ਇਹਨਾਂ ਵਿਕਾਰਾਂ ਤੋਂ ਬਚੇ ਹੋਏ ਨੇ, ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਹਿਤ ਕਬੀਰ ਪੰਚ ਜੋ ਚੂਰੇ, ਤਿਨ ਤੇ ਨਾਹੇ ਪਰਮ ਪਦ ਦੂਰੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਗੁਰ ਕਾ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਅਸਲੀ ਸੰਤ ਉਹੀ ਹੈ, ਅਸਲੀ ਮਹਾਂਪੁਰਖ ਉਹੀ ਹੈ ਜਿਹਨੇ ਵਿਕਾਰਾਂ ਤੇ ਫਤਿਹ ਪ੍ਰਾਪਤ ਕਰ ਲਈ। ਨਹੀਂ ਤੇ ਇਹ ਵਿਕਾਰ ਇੰਨੇ ਬਲਵਾਨ ਨੇ, ਇਹਨਾਂ ਨੇ ਸਾਰੇ ਸੰਸਾਰ ਨੂੰ ਵਸ ਕੀਤਾ ਹੋਇਆ। ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਸੰਸਾਰ ਵਿੱਚ ਪੂਰਾ ਸੂਰਾ ਉਹੀ ਮਹਾਂਪੁਰਖ ਹੈ ਜਿਹਨੇ ਇਹਨਾਂ ਪੰਜਾਂ ਨੂੰ ਵਸ ਕਰ ਲਿਆ ਹੋਵੇ। ਤੇ ਫਿਰ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਇਹਨਾਂ ਵਿਕਾਰਾਂ ਨੂੰ ਪੱਖੇ ਦਾ ਅਰਥ ਅਭਾਵ ਕਰ ਲਈਦਾ ਹੈ। ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੇ। ਲੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਕਿਰਪਾ ਪ੍ਰਭ ਆਪਣੀ। ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਹਰ ਆਪ ਪਰਖੇ। ਉਹਨਾਂ ਮਹਾਂਪੁਰਖਾਂ ਦੇ ਜੀਵਨ ਨੂੰ ਆਪ ਹੀ ਪਰਖਿਆ ਹੈ। ਉਹਨਾਂ ਮਹਾਂਪੁਰਖਾਂ ਨੂੰ ਪੰਥ ਰਤਨ, ਕੌਮ ਦੇ ਹੀਰੇ, ਇਹਨਾਂ ਉਪਾਧੀਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਤੇ ਫਿਰ ਉਹਨਾਂ ਹੀਰੇ ਰਤਨਾਂ ਦੀ ਪਰਖ ਵੀ ਹੁੰਦੀ ਹੈ, ਕਿਧਰੇ ਕੋਈ ਇਹਨਾਂ ਵਿੱਚੋਂ ਨਕਲੀ ਨਾ ਹੋਵੇ, ਕੋਈ ਪਖੰਡੀ ਨਾ ਹੋਵੇ, ਕੋਈ ਦਿਖਾਵੇ ਵਾਲਾ ਨਾ ਹੋਵੇ। ਹਜ਼ੂਰ ਕਹਿੰਦੇ ਨੇ ਜਿਹੜੇ ਮਹਾਂਪੁਰਖ ਇਸ ਦੁਨੀਆ ਦੇ ਵਿੱਚ ਕੌਮ ਦੇ ਹੀਰੇ ਹੁੰਦੇ ਨੇ ਜਾਂ ਪੰਥ ਰਤਨ ਦੇ ਨਾਲ ਸਨਮਾਨੇ ਜਾਂਦੇ ਹਨ, ਤੇ ਵਾਹਿਗੁਰੂ ਕਿਰਪਾ ਕਰਕੇ ਉਹਨਾਂ ਦੀ ਪਰਖ ਵੀ ਆਪ ਕਰਦਾ ਹੈ। ਨਾਨਕ ਚਲਤ ਨਾ ਜਾਪਨੀ, ਕੋ ਸਕੈ ਨ ਲਖੇ। ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਨਾਨਕ ਚਲਤ ਨਾ ਜਾਪਣੀ। ਗੁਰਮੁਖੋ, ਉਸ ਵਾਹਿਗੁਰੂ ਦੇ ਚਲ ਦਾ ਅਰਥ ਹੈ ਚਰਿੱਤਰ। ਇੱਕ ਹੁੰਦਾ ਚਿੱਤਰ, ਦੂਸਰਾ ਹੁੰਦਾ ਚਰਿੱਤਰ। ਚਿੱਤਰ ਤਾਂ ਤਸਵੀਰ ਨੂੰ ਕਹਿੰਦੇ ਨੇ, ਚਰਿੱਤਰ ਉਸ ਕਰਤਵ ਨੂੰ ਕਹਿੰਦੇ ਨੇ ਜੋ ਸਰੀਰ ਧਾਰੀ ਕਰਦਾ ਹੈ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਵੀ ਚਰਿੱਤਰ, ਉਹਦੇ ਕੌਤਕ ਬੜੇ ਅਚਰਜ ਨੇ। ਉਹਦੇ ਬਾਰੇ ਕੁਝ ਵੀ ਸਾਨੂੰ ਪਤਾ ਨਹੀਂ ਲੱਗ ਸਕਦਾ। ਨਾਨਕ ਚਲਤ ਨਾ ਜਾਪਣੀ, ਉਸ ਵਾਹਿਗੁਰੂ ਦੇ ਚਰਿੱਤਰਾਂ ਬਾਰੇ, ਉਹਦੇ ਕੌਤਕਾਂ ਬਾਰੇ ਨਹੀਂ ਕੋਈ ਜਾਣ ਸਕਦਾ। ਕੋ ਸਕੈ ਨਾ ਲਖੇ, ਤੇ ਨਾ ਹੀ ਪਹਿਲਾਂ ਕੋਈ ਜਾਣ ਸਕਿਆ, ਨਾ ਹੀ ਕੋਈ ਅੱਗੇ ਭਵਿੱਖਤ ਨੂੰ ਜਾਣ ਸਕੇਗਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਹਨ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਨੇ। ਖਿਨ ਮੈਂ ਰਾਉ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ, ਯਹ ਤਾਂ ਕੋ ਵਿਵਹਾਰੇ। ਇਹ ਵਾਹਿਗੁਰੂ ਦੀ ਅਗਮਾਗਾਧ ਗਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ। ਠੀਕ ਹੈ, ਜਿਵੇਂ ਕਈ ਮੌਸਮ ਵਿਗਿਆਨੀ ਨੇ, ਕਈ ਜੋਤਸ਼ੀ ਲੋਕ ਨੇ, ਉਹ ਆਪੋ ਆਪਣੇ ਢੰਗ ਦੇ ਨਾਲ ਕੁਝ ਭਵਿੱਖਬਾਣੀਆਂ ਕਰਦੇ ਨੇ। ਠੀਕ ਹੈ, ਜੋਤਿਸ਼ ਇੱਕ ਵਿਦਿਆ ਹੈ, ਵਿਗਿਆਨ ਵੀ ਇੱਕ ਵਿਦਿਆ ਹੈ। ਉਹਦੇ ਨਾਲ ਕੁਝ ਨਾ ਕੁਝ ਤੇ ਕੁਝ ਗੱਲਾਂ ਦਾ ਪਤਾ ਲੱਗ ਸਕਦਾ ਹੈ,
ਪਰ ਜੇ ਤੁਸੀਂ ਆਖੋ ਅਸੀਂ ਰੱਬ ਦੀ ਸਾਰੀ ਕੁਦਰਤ ਦਾ ਅੰਤ ਪਾ ਲਵਾਂਗੇ, ਇਹ ਕਦੀ ਨਹੀਂ ਹੋ ਸਕਦਾ। ਕਈ ਵਾਰੀ ਮੌਸਮ ਵਿਗਿਆਨ ਦੇ ਟੇਵੇ ਵੀ ਝੂਠੇ ਹੋ ਜਾਂਦੇ ਨੇ, ਜੋਤਸ਼ੀਆਂ ਦੇ ਜੋਤਿਸ਼ ਵੀ ਗਲਤ ਨਿਕਲ ਜਾਂਦੇ ਨੇ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਹਰ ਕੀ ਗਤ ਨਹਿ ਕਹੂ ਜਾਣੈ। ਵਾਹਿਗੁਰੂ ਦੀ ਅਗਮਾ ਗਾਤ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਹਾਂ ਵੀ ਜਿੰਨਾ ਕੁ ਵਾਹਿਗੁਰੂ ਕਿਸੇ ਨੂੰ ਜਣਾਵੇ ਓਨੀ ਕੋ ਜਾਣ ਸਕਦਾ, ਸਾਰੀ ਨੂੰ ਫਿਰ ਵੀ ਨਹੀਂ ਕੋਈ ਜਾਣ ਸਕਦਾ। ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਭਗਤ ਸੰਤ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ, ਉਹ ਤਾਂ ਵਾਹਿਗੁਰੂ ਦੇ ਅੰਤ ਨੂੰ ਪਾ ਹੀ ਲੈਂਦੇ ਹੋਣਗੇ। ਤਾਂ ਸਤਿਗੁਰੂ ਕਹਿੰਦੇ ਨਹੀਂ, ਤੇ ਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਿਹੜੇ ਸੰਤ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਦੀ ਭਗਤੀ ਕਰਦੇ ਨੇ, ਉਹਨਾਂ ਨੂੰ ਸੁਖ ਤੇ ਪ੍ਰਾਪਤ ਹੋ ਜਾਂਦਾ ਹੈ, ਆਨੰਦ ਪ੍ਰਾਪਤ ਹੋ ਜਾਂਦਾ ਹੈ, ਪਰ ਅੰਤ ਉਹ ਵੀ ਨਹੀਂ ਜਾਣ ਸਕਦੇ। ਕੋਈ ਮੱਛੀ ਚਾਹੇ ਕਿਤਨੀ ਵੀ ਚੰਚਲ ਹੋਵੇ, ਪਰ ਉਹ ਸਮੁੰਦਰ ਦਾ ਅੰਤ ਥੋੜਾ ਪਾ ਸਕਦੀ ਹੈ। ਕੋਈ ਪੰਛੀ ਚਾਹੇ ਕਿਤਨਾ ਵੀ ਸ਼ਕਤੀਸ਼ਾਲੀ ਹੋਵੇ, ਉਹ ਆਕਾਸ਼ ਦਾ ਅੰਤ ਥੋੜਾ ਪਾ ਸਕਦਾ ਹੈ। ਮੱਛੀ ਸਮੁੰਦਰ ਵਿੱਚ ਤਾਰੀਆਂ ਲਾ ਸਕਦੀ ਹੈ, ਪੰਛੀ ਆਕਾਸ਼ ਵਿੱਚ ਉਡਾਰੀਆਂ ਲਾ ਸਕਦਾ ਹੈ। ਕੋਈ ਵਿਦਵਾਨ, ਕੋਈ ਮਹਾਂਪੁਰਖ ਉਸ ਵਾਹਿਗੁਰੂ ਦੇ ਕੁਦਰਤ ਦੇ ਨਜ਼ਾਰੇ ਅਨੁਭਵ ਕਰ ਸਕਦਾ ਹੈ, ਪਰ ਉਸ ਅੰਤ ਕੋਈ ਨਹੀਂ ਪਾ ਸਕਦਾ। ਨਾਨਕ ਚਲਤ ਨਾ ਜਾਪਣੀ ਕੋ ਸਕੈ ਨਾ ਲਖੇ। ਉਸ ਵਾਹਿਗੁਰੂ ਦੇ ਚਰਿਤਰਾਂ ਨੂੰ ਕੋਈ ਨਹੀਂ ਜਾਣ ਸਕਦਾ, ਨਾ ਹੁਣ ਤੇ ਨਾ ਹੀ ਅੱਗੇ ਨੂੰ ਕੋਈ ਉਹਦੇ ਕੌਤਕਾਂ ਨੂੰ ਜਾਣ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਰ ਕਿਰਪਾ ਪ੍ਰਭ ਆਪਣੀ, ਹਰ ਆਪ ਪਰਖੇ। ਨਾਨਕ ਚਲਤ ਨ ਜਾਪਨੀ, ਕੋ ਸਕੈ ਨਾ ਲਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।